ਅੰਦੋਲਨ ਦੀ ਇਸ ਪਵਿੱਤਰ ਧਰਤੀ ਉੱਤੇ ਬੈਠੇ ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਵੋ, ਭੈਣੋ ਤੇ ਸਾਰੇ ਆਗੂ ਸਾਹਿਬਾਨ, ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਬੜੇ ਲੰਬੇ ਸਮੇਂ ਤੋਂ ਸੰਘਰਸ਼ ਵਿੱਚ ਹਾਂ। ਕੋਈ ਵੀ ਸੰਘਰਸ਼ ਜਦੋਂ ਦੁਨੀਆ 'ਚ ਹੁੰਦਾ ਹੈ ਤਾਂ ਜਿੱਤ ਉਹਨਾਂ ਦੀ ਹੁੰਦੀ ਹੈ ਜਿਹੜੇ ਸੱਚ ਦਾ ਪਹਿਰਾ ਦਿੰਦੇ ਨੇ। ਸਰਕਾਰ ਨੇ 3 ਕਾਨੂੰਨ ਬਣਾਏ ਨੇ, ਉਹ ਕਾਨੂੰਨ ਦੇਸ਼ ਵਿਰੋਧੀ ਨੇ, ਸੰਵਿਧਾਨ ਵਿਰੋਧੀ ਨੇ, ਲੋਕ ਵਿਰੋਧੀ ਨੇ। ਅਸੀਂ ਇਹਨਾਂ ਕਾਨੂੰਨਾਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ। ਕਿਸੇ ਵੇਲੇ ਪੰਜਾਬ ਤੋਂ ਇਸ ਅੰਦੋਲਨ ਦਾ ਧੁਰਾ ਪੰਜਾਬ ਬਣਿਆ। ਲੰਬਾ ਸਮਾਂ ਪੰਜਾਬ ਵਿੱਚ ਰੇਲਾਂ ਰੋਕੀਆਂ, ਉਸ ਤੋਂ ਬਾਅਦ ਅਸੀਂ ਦਿੱਲੀ ਵੱਲ ਚਾਲੇ ਪਾਏ। ਹਰਿਆਣਾ ਸਾਡੇ ਨਾਲ ਰਲਿਆ, यूपी आया, उत्तराखंड आया, राजस्थान आया, मध्य प्रदेश आया। एक हफ्ते के दौरान ही इन्हां 5-6 सूबियां विचों किसान वहीरां घत के दिल्ली के बॉर्डर ते पहुंचे। सरकार बड़ी चर्चा करती है। 11 बारी मेज़ ते बैठ के गलबात हुई। उस गलबात दौरान सरकार गलत साबित हुई। सरकार को कोई जवाब नहीं, कोई दलील नहीं। अज तक जदों भी सरकार कोई गलबात करती है तो इक्को गल कहते हैं, साडी इज्जत बचा लो। मैं आज सोच रहा सी, कहा जाता है भी भारत दुनिया का सब तो बड़ा लोक राज है। लोक राज, लोकां दा राज। पर मैनू लगता है किते 21वीं सदी चढ़दे ही लोकां दा राज खत्म हो गया। इहो जे लोग राजगद्दी उत्ते सवार होके बैठ गए जिहड़े लोकां नू भुल गए, जिन्हां ने राज भाग नू अपना वपार बना लिया। लोकां दे अधिकार खोने, अपना माल बनाउणा उन्हां ने अपना धर्म बना लिया। लोक राज विच साडे संविधान अनुसार असी अपने नुमाइंदे चुन के भेजते हैं सरकारां बनाउण लई। उन्हां दा मुढ़ला काम यह हुंदा है भी वो लोकां दी आवाज़ बनन। पार्लीमेंट च, विधान सभावां च लोकां दियां लोड़ां अनुसार सरकार विच बैठ के नीतियां घड़न। इहो जिहियां नीतियां घड़न जिहदे नाल लोक शांति नाल सुखी वसन, लोकां नूं कोई आर्थिक मुश्किलां ना आउण, समाजिक ना आउण, धार्मिक पक्षों आज़ाद रहण, हर तरह की सुख सहूलत लोकां दे कोल उपलब्ध होवे और शांति नाल देश अगे वधे। इस काम लई असीं उन्हां नूं चुन के भेजते हैं। पर बदकिस्मती नाल क्योंकि उन्हां ने अपना धर्म बना लिया, पैसा बनाउणा। जदों चोणां आउंदियां, मेरे तो पहलां साडी बीबी बड़ी विस्तार नाल तुहाडे नाल गल करके गई है। जदों चोणां आउंदियां असीं पिंडां 'च धड़ियां 'च वंडे हुंदे आ। असीं छोटी जी सहूलत एक शराब की बोतल उत्ते विक जाने आ। असीं थोड़े जे पैसे लैके वोट दे दिंदे आ। मैनू एक गल याद आई, एक बारी किसी विआह 'च बैठे सी, 5-7 जिम्मेवार सज्जन मेरे आले दुआले बैठे सी। एक हल्के का MLA साडे कोल आके बैठ गया। उन्होंने सवाल करी जान सारे, कोई इधरों मजाक करे, कोई दूजे पासों मजाक करे, वो बोले कुछ ना। तो मैनू कहते जी ये MLA साहब साड़ी किसी गल का जवाब नहीं देंदे। मैं कहा सियाणा है, उन्होंने जवाब देने की लोड़ नहीं। उन्होंने पता है जदों वोटां आउणियां किहड़े पिंड विच किहड़े बंदे ने जिहड़े शराब नाल वोट दे दिंदे ने, किहड़े बंदे ने जिहड़े भुक्की नाल वोट दे दिंदे ने,
ਕਿਹੜੇ ਬੰਦੇ ਨੇ ਜਿਹੜੇ ਪੈਸਿਆਂ ਨਾਲ ਵੋਟ ਦੇ ਦਿੰਦੇ ਨੇ, ਕਿਹੜੇ ਬੰਦੇ ਨੇ ਜਿਹੜੇ ਆਟੇ ਨਾਲ ਵੋਟ ਦੇ ਦਿੰਦੇ ਨੇ। ਇਹਦੇ ਕੋਲੋਂ ਲਿਸਟਾਂ ਬਣੀਆਂ ਪਈਆਂ, ਐਵੇਂ ਨਹੀਂ ਇਹ 4 ਵਾਰੀ ਐਮਐਲਏ ਬਣਿਆ। ਵੋਟਾਂ ਦਾ ਐਲਾਨ ਹੁੰਦਾ, ਸਭ ਤੋਂ ਪਹਿਲਾਂ ਉਹ ਮਾਲ ਆਪੋ ਆਪਣੇ ਘਰੀ ਪਹੁੰਚਾ ਦਿੰਦਾ ਹੈ, ਉਹ ਵੋਟ ਉਹਦੀ ਪੱਕੀ। ਜਿਹੜੀ ਡਾਵਾਡੋਲ ਵੋਟ ਹੈ ਉਹਦੇ ਵਿੱਚ ਫਿਰ ਧੜੇਬਾਜ਼ੀ ਨੂੰ ਵਾਰ ਦਿੰਦਾ ਹੈ। ਕਿਸੇ ਪਿੰਡ ਵਿੱਚ 2 ਧੜੇ ਨੇ, ਵੱਡੇ ਧੜੇ ਨੂੰ ਆਪਣੇ ਨਾਲ ਲੈ ਲੈਂਦਾ ਹੈ, ਦੂਜੇ ਨੂੰ ਜਿਹੜਾ ਛੋਟਾ ਧੜਾ ਉਹਨੂੰ ਵੀ ਤੋੜਨ ਦੀ ਕੋਸ਼ਿਸ਼ ਕਰਦਾ ਹੈ ਤੇ ਵੋਟਾਂ ਜਿੱਤ ਲੈਂਦਾ ਹੈ। ਇਹਦੇ ਤੇ ਉਹਦਾ ਕਈ ਕਰੋੜ ਰੁਪਇਆ ਖਰਚ ਆ ਜਾਂਦਾ ਹੈ। ਇਹ ਕਰੋੜਾਂ ਰੁਪਏ ਖਰਚ ਕੇ ਬਣਿਆ ਐਮਐਲਏ ਤੁਹਾਡੀਆਂ ਸਾਰੀਆਂ ਕਮਜ਼ੋਰੀਆਂ ਨੂੰ ਸਮਝਦਾ ਹੈ ਤੇ ਅੱਜ ਦੀਆਂ ਤੁਹਾਡੀਆਂ ਗੱਲਾਂ ਦਾ ਜਵਾਬ ਕਿਉਂ ਦੇਵੇ। ਜੇ ਤੁਸੀਂ ਸ਼ਰਾਬ ਪੀ ਕੇ ਵੋਟ ਨਾ ਪਾਈ ਹੁੰਦੀ, ਜੇ ਪੈਸੇ ਲੈ ਕੇ ਵੋਟ ਨਾ ਪਾਈ ਹੁੰਦੀ ਤਾਂ ਇਹ ਜਵਾਬ ਦੇ ਸੀ ਤੁਹਾਡੀਆਂ ਗੱਲਾਂ ਦਾ। ਭਰਾਵੋ, ਝਾਤ ਮਾਰੋ, ਅਸੀਂ ਕਿਸ ਤਰ੍ਹਾਂ ਬਿਮਾਰ ਹੋ ਗਏ। ਇਹ ਪੋਲੀਟੀਕਲ ਲੀਡਰਸ਼ਿਪ ਤਾਂ ਬਿਮਾਰ ਹੋਈ ਸੀ, ਇਖਲਾਕੀ ਪੱਖੋਂ ਬਿਮਾਰ ਹੋਈ ਸੀ। ਇਹਨਾਂ ਨੇ ਸਾਡੇ ਸਮਾਜ ਨੂੰ ਵੀ ਬਿਮਾਰ ਕਰ ਦਿੱਤਾ ਤੇ ਉਹਦਾ ਨਤੀਜਾ ਇਹ ਹੋਇਆ, ਅਸੀਂ ਬਿਮਾਰ ਮਾਨਸਿਕਤਾ ਦੀ ਵਜ੍ਹਾ ਕਰਕੇ ਸਰਕਾਰ ਤੇ ਅੱਖ ਨਾ ਰੱਖ ਸਕੇ। ਐਜੂਕੇਸ਼ਨ ਦਾ ਪੱਠਾ ਬਹਿ ਗਿਆ, ਹੈਲਥ ਦਾ ਪੱਠਾ ਬਹਿ ਗਿਆ, ਖੇਤੀ ਦਾ ਪੱਠਾ ਬਹਿ ਗਿਆ। ਸਾਡੇ ਬੱਚੇ ਬੇਰੁਜ਼ਗਾਰ ਨੇ, ਰੋਜ਼ ਸੜਕਾਂ ਤੇ ਡਾਂਗਾ ਖਾਂਦੇ ਨੇ, ਕੋਈ ਟੈਂਕੀਆਂ ਤੇ ਚੜਿਆ ਫਿਰਦਾ ਹੈ। ਇਸ ਤਰ੍ਹਾਂ ਦਾ ਮਾਹੌਲ ਸਿਰਜ ਦਿੱਤਾ। ਇਹ ਸਾਰਾ ਕੁਝ ਕੁੱਲ ਮਿਲਾ ਕੇ ਤਾਂ ਅੱਜ ਉਹ ਸਮਝਦੇ ਨੇ ਵੀ ਸਾਨੂੰ ਕਿਸੇ ਦੀਆਂ ਗੱਲਾਂ ਦਾ ਜਵਾਬ ਦੇਣ ਦੀ ਲੋੜ ਨਹੀਂ। ਨਹੀਂ ਤਾਂ ਜਦੋਂ 2 ਧਿਰਾਂ ਲੜਦੀਆਂ ਨੇ, ਸਮਾਜ ਵਿੱਚ ਅਸੀਂ ਪੈਮਾਨਾ ਹੀ ਇਹ ਰੱਖਿਆ, ਜਿਹੜਾ ਸੱਚਾ ਹੈ ਜਾਂ ਜਿਹਦੇ ਪੱਲੇ ਕੁਝ ਹੈ ਸੱਚ ਦਾ, ਉਹਨੂੰ ਅਸੀਂ ਜੇਤੂ ਕਰਾਰ ਦੇ ਦਿੰਦੇ ਹਾਂ। ਇਹ 3 ਕਾਨੂੰਨ ਬਣਾਏ ਸਰਕਾਰ ਨੇ, ਤਿੰਨਾਂ ਤੇ ਬਹਿਸ ਹੋ ਗਈ, ਕਲੌਜ਼ ਬਾਈ ਕਲੌਜ਼ ਬਹਿਸ ਹੋ ਗਈ, ਸਰਕਾਰ ਗਲਤ ਸਾਬਤ ਹੋ ਗਈ। ਸਰਕਾਰ ਕੋਲ ਕਹਿਣ ਲਈ ਕੁਝ ਨਹੀਂ, ਇੱਕੋ ਗੱਲ ਹੈ ਵੀ ਜਿਹੜੀਆਂ ਅਸੀਂ ਵੋਟਾਂ ਦਿੱਤੀਆਂ, ਉਹ ਵੋਟਾਂ ਨਾਲ ਜਿਹੜੀ ਸੱਤਾ ਉਹਨਾਂ ਦੇ ਹੱਥ 'ਚ ਆਈ, ਉਹ ਸੱਤਾ ਦੇ ਡੰਡੇ ਨਾਲ ਸਾਨੂੰ ਹੱਕਣਾ ਚਾਹੁੰਦੇ ਨੇ। ਉਹਨਾਂ ਨੂੰ ਪਤਾ ਅਸੀਂ ਝੂਠੇ ਆ, ਉਹਨਾਂ ਨੂੰ ਪਤਾ ਅਸੀਂ ਝੂਠੇ ਸਾਬਤ ਹੋ ਗਏ ਆ, ਦੁਨੀਆ ਦੀ ਨਿਗਾਹ 'ਚ ਸਾਬਤ ਹੋ ਗਏ ਆ। ਅੱਜ ਤੁਸੀਂ ਇਕੱਲੇ ਨਹੀਂ, ਸਾਰੀ ਦੁਨੀਆ ਦਾ ਕਿਸਾਨ ਤੁਹਾਡੇ ਪਿੱਛੇ ਖੜਾ ਹੋ ਗਿਆ। ਪਿਛਲੇ ਹਫ਼ਤੇ ਅਮਰੀਕਾ 'ਚ ਗੋਰੇ ਕਿਸਾਨਾਂ ਨੇ ਤੁਹਾਡੇ ਹੱਕ 'ਚ ਮੁਜ਼ਾਹਰਾ ਕਰਕੇ ਪਤਾ ਤੁਹਾਨੂੰ ਕੀ ਕਿਹਾ? ਉਹਨਾਂ ਕਿਹਾ, ਹਿੰਦੁਸਤਾਨੀ ਕਿਸਾਨੋ, ਅਸੀਂ ਤੁਹਾਡੇ ਨਾਲ ਹਾਂ, ਅਸੀਂ ਇਹ ਸਜ਼ਾ ਭੁਗਤ ਚੁੱਕੇ ਹਾਂ ਵੱਡੀਆਂ ਕਾਰਪੋਰੇਟ ਘਰਾਣਿਆਂ ਦੀ, ਸਾਡੀਆਂ ਜ਼ਮੀਨਾਂ ਜਾਇਦਾਦਾਂ ਸਭ ਕੁਝ ਲੁੱਟ ਗਿਆ, ਇਹ ਸਾਨੂੰ ਨਿਚੋੜ ਕੇ ਖਾ ਗਏ। ਤੁਸੀਂ ਬਹੁਤ ਵਧਾਈ ਦੇ ਪਾਤਰ ਹੋ, ਤੁਸੀਂ ਇਹਨਾਂ ਦੇ ਖਿਲਾਫ ਆਵਾਜ਼ ਉਠਾਈ ਹੈ। ਜੇ ਤੁਸੀਂ ਥਿੜਕ ਗਏ ਤਾਂ ਯਾਦ ਰੱਖਿਓ, ਸਾਡੇ ਵਾਲਾ ਹਾਲ ਹੋਊ। ਅੱਜ ਸਾਡੇ ਪੱਲੇ ਕੱਖ ਨਹੀਂ। ਸਾਨੂੰ ਕੰਪਨੀ ਦੇ ਅਧਿਕਾਰੀ ਨੂੰ ਦੇਖ ਕੇ ਕੰਪਨੀ ਚਿੜ ਪੈਂਦੀ ਹੈ। ਇਹ ਅਮਰੀਕਾ ਦਾ ਕਿਸਾਨ ਤੁਹਾਨੂੰ ਕਹਿੰਦਾ ਹੈ। ਅੱਜ ਦੁਨੀਆ ਦੀਆਂ 5-6 ਦੇਸ਼ਾਂ ਦੀਆਂ ਪਾਰਲੀਮੈਂਟਾਂ ਵਿੱਚ ਤੁਹਾਡੇ ਇਸ ਕਾਨੂੰਨ ਦੇ ਉੱਤੇ ਬਹਿਸ ਹੋ ਚੁੱਕੀ ਔਰ ਮੋਦੀ ਸਰਕਾਰ ਨੂੰ ਲਾਹਨਤਾਂ ਪੈ ਚੁੱਕੀਆਂ। ਤੁਹਾਡੇ ਇਹਨਾਂ ਕਾਨੂੰਨਾਂ ਉੱਤੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਚਰਚਾ ਹੋ ਚੁੱਕੀ। ਇੰਟਰਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੇ ਤੁਹਾਡੀ ਹਮਾਇਤ ਕੀਤੀ। ਦੁਨੀਆ ਦਾ ਕਿਹੜਾ ਅਦਾਰਾ ਹੈ ਜਿਹੜਾ ਤੁਹਾਡੇ ਹੱਕ 'ਚ ਅੱਜ ਨਹੀਂ ਖੜਿਆ? ਇਹਦਾ ਮਤਲਬ ਤੁਸੀਂ ਸੱਚੇ ਹੋ, ਇਹਦਾ ਮਤਲਬ ਤੁਸੀਂ ਜੇਤੂ ਹੋ। ਸਰਕਾਰ ਝੂਠੀ ਹੈ, ਸਰਕਾਰ ਬੇਈਮਾਨ ਹੈ, ਸਰਕਾਰ ਹਾਰ ਚੁੱਕੀ ਹੈ। ਮੇਰਾ ਦਾਅਵਾ ਹੈ, ਮੇਰੇ ਤੋਂ ਪਹਿਲਾਂ ਮੇਰੇ ਸਾਥੀ ਤੁਹਾਡੇ ਕੋਲ ਗੱਲ ਕਰਕੇ ਗਏ ਹੈ, ਮੈਂ ਵਾਅਦਾ ਕਰਦਾ ਤੁਹਾਡੇ ਨਾਲ ਜਦੋਂ ਮਰਜ਼ੀ ਬਹਿਸ ਕਰ ਲੈਣ, ਦੁਬਾਰਾ ਛੇੜ ਲੈਣ, ਤੀਜੀ ਵਾਰੀ ਛੇੜ ਲੈਣ, ਜਿੱਤੋਗੇ ਤੁਸੀਂ। ਤੁਹਾਨੂੰ ਹਾਰਨ ਨਹੀਂ ਦਿੰਦੇ, ਇਸ ਗੱਲ ਨੂੰ ਯਕੀਨ ਮੰਨਿਓ। ਮੋਦੀ ਔਰ ਮੋਦੀ ਦੇ ਚਹੇਤੇ ਜਦੋਂ ਮਰਜ਼ੀ, ਜਿੱਥੇ ਮਰਜ਼ੀ, ਜਿਸ ਵੇਲੇ ਕਹਿਣ ਅਸੀਂ ਉਦੋਂ ਹੀ ਬਹਿ ਜਾਾਂਗੇ। ਅਸੀਂ ਤਿਆਰ ਹਾਂ ਹਰ ਬਹਿਸ ਲਈ ਤੇ ਸਾਨੂੰ ਪੱਕਾ ਯਕੀਨ ਹੈ ਅਸੀਂ ਜਿੱਤਾਂਗੇ, ਕਿਉਂਕਿ ਅੱਜ ਤਾਕਤ ਦੇ ਨਸ਼ੇ ਵਿੱਚ ਮੋਦੀ ਔਰ ਉਹਦੇ ਸਾਥੀ ਰਾਜ ਹੱਠ ਵਿੱਚ ਫਸ ਕੇ ਲੋਕਾਂ ਨੂੰ ਡੰਡੇ ਨਾਲ ਕੁੱਟਣ ਲੱਗੇ ਹੋਏ ਨੇ। ਕੀ ਹੋਇਆ ਕਰਨਾਲ 'ਚ? ਮੈਂ ਸਮਝਦਾ ਸਾਰੀ ਦੁਨੀਆ ਦੀ ਨਿਗਾਹਾਂ 'ਚ ਹੈ, ਸਾਰੀ ਦੁਨੀਆ ਇੱਥੇ ਦੇਖ ਰਹੀ ਹੈ ਕੀ ਇਹ ਕਰ ਰਹੇ ਨੇ ਭਾਜਪਾ ਵਾਲੇ। ਉੱਥੇ ਕਿਸਾਨਾਂ ਨੂੰ 5 ਵਾਰ ਪੁਲਿਸ ਨੇ
5 ਵਾਰ ਦਮ ਲੈ ਕੇ ਕੁੱਟਿਆ। ਇੱਕ ਵਾਰੀ ਤਾਂ ਲੰਗਰ ਛਕ ਰਹੇ ਸੀ ਕਿਸਾਨ, ਲੰਗਰ ਛਕਦਿਆਂ ਦੇ ਉੱਤੇ ਹਮਲਾ ਕੀਤਾ ਤੇ ਇੱਕ ਕਿਸਾਨ ਸ਼ਹੀਦ ਹੋ ਗਿਆ। ਔਰ ਉਹਨਾਂ ਨੂੰ ਹੁਕਮ ਦੇਣ ਵਾਲਾ ਇੱਕ ਅਧਿਕਾਰੀ, ਆਮ ਤੌਰ ਤੇ ਹੁੰਦਾ ਕੀ ਹੈ, ਜਿਹੜਾ ਕਿਸੇ ਸੂਬੇ ਦਾ ਮੁੱਖ ਮੰਤਰੀ ਹੁੰਦਾ ਉਹ ਆਪਣੇ ਹਲਕੇ ਵਿੱਚ ਆਪਣੇ ਚਹੇਤੇ ਅਫਸਰਾਂ ਨੂੰ ਲਾਉਂਦਾ। ਹਰਿਆਣੇ ਦਾ ਮੁੱਖ ਮੰਤਰੀ ਕਰਨਾਲ ਤੋਂ ਹੈ, ਉਹਨੇ ਆਪਣੇ ਚਹੇਤੇ ਸਾਰੇ ਅਫਸਰ ਉੱਥੇ ਲਾਏ ਹੈ। ਉਹਦੇ ਢਹਿ ਚੜਿਆ ਉਹ ਅਫਸਰ ਸ਼ਰੇਆਮ ਬਿਨਾਂ ਕਿਸੇ ਡਰ ਭੌ ਤੋਂ ਪੁਲਿਸ ਵਾਲਿਆਂ ਨੂੰ ਕਹਿ ਰਿਹਾ ਹੈ, ਇਹ ਕਿਸਾਨ ਆਉਣਗੇ, ਇਹਨਾਂ ਦੇ ਸਿਰ ਤੋੜ ਦਿਓ, ਇਹਨਾਂ ਦੀਆਂ ਲੱਤਾਂ ਬਾਹਾਂ ਤੋੜ ਕੇ ਭੇਜੋ। ਸਾਰੇ ਵਾਇਰਲ ਹੋਈ। ਕੋਈ ਇਖਲਾਕ ਨਾਂ ਦੀ ਚੀਜ਼ ਹੈ? ਕੀ ਤੁਸੀਂ ਕਾਨੂੰਨ ਦਾ ਰਾਜ ਕਹੋਗੇ ਇਹਨੂੰ? ਜਿਹੜੀ ਸਰਕਾਰੀ ਮਸ਼ੀਨਰੀ ਲੋਕਾਂ ਦੇ ਟੈਕਸਾਂ ਤੋਂ ਤਨਖਾਹਾਂ ਲੈ ਕੇ ਪਲ ਰਹੀ ਹੈ, ਜਿਹਨੂੰ ਸਾਡੇ ਸੰਵਿਧਾਨ ਵਿੱਚ ਪਬਲਿਕ ਸਰਵੈਂਟ ਕਿਹਾ ਹੋਇਆ, ਲੋਕਾਂ ਦੇ ਨੌਕਰ ਕਿਹਾ ਹੋਇਆ, ਉਹ ਲੋਕਾਂ ਦਾ ਨੌਕਰ ਇਸ ਦੇਸ਼ ਦੇ ਮਾਲਕਾਂ ਨੂੰ, ਵਾਰਸਾਂ ਨੂੰ, ਉਹਨਾਂ ਦੇ ਸਿਰ ਫੋੜਨ ਵਾਸਤੇ ਪੁਲਿਸ ਨੂੰ ਹੁਕਮ ਦਿੰਦਾ ਹੈ। ਤੇ ਜਦੋਂ ਇਦਾਂ ਦਾ ਹੁਕਮ ਦਿੰਦਾ ਹੈ ਤੇ ਉੱਥੇ ਦੇ ਮੁੱਖ ਮੰਤਰੀ ਨੂੰ ਕੁਝ ਸੁਝਦਾ ਹੀ ਨਹੀਂ, ਜਵਾਬ ਕੁਝ ਨਹੀਂ ਸੁਝਦਾ। ਪਿਛਲੇ ਦਿਨੀ ਤੁਸੀਂ ਗੰਨੇ ਦੀ ਐਜੀਟੇਸ਼ਨ ਕੀਤੀ ਹੈ, ਉੱਥੇ ਤੁਸੀਂ 3 ਦਿਨ 4 ਦਿਨ ਰੇਲਵੇ ਤੇ ਸੜਕ ਜਾਮ ਕੀਤੀ। ਮੈਨੂੰ ਇੱਥੋਂ ਭੇਜਿਆ ਗਿਆ ਵੀ ਤੁਸੀਂ ਜਾਓ, ਗੱਲਬਾਤ ਹੋਣੀ ਉਹਦੇ 'ਚ ਸ਼ਾਮਲ ਹੋਵੋ। ਪਹਿਲੀ ਵਾਰੀ ਹੋਇਆ ਇਤਿਹਾਸ ਵਿੱਚ, ਪਹਿਲੀ ਵਾਰੀ ਹੋਇਆ ਇਤਿਹਾਸ ਵਿੱਚ ਗੰਨੇ ਦੇ ਭਾਅ ਵਿੱਚ 50 ਰੁਪਏ ਦਾ ਵਾਧਾ, ਪਹਿਲੀ ਵਾਰੀ ਹੋਇਆ। ਮੈਂ ਇਹਨੂੰ ਹਾਲੇ ਵੀ ਲਾਹੇਵੰਦ ਨਹੀਂ ਮੰਨਦਾ, ਪਰ ਆਪਣੇ ਆਪ ਵਿੱਚ ਇਹ ਬਹੁਤ ਵੱਡਾ ਕਦਮ ਸੀ, ਜਿਹੜਾ ਬਹੁਤ ਵੱਡਾ ਗੈਪ ਸੀ ਸਾਡੀ ਕੀਮਤ ਦੇ ਵਿੱਚ। ਔਰ ਜੋ ਸਰਕਾਰ ਸਾਨੂੰ ਦਿੰਦੀ ਸੀ, ਉਹ ਗੈਪ ਇੱਕ ਵੱਡੀ ਛਾਲ ਮਾਰ ਕੇ ਪੂਰਾ ਕੀਤਾ ਗਿਆ। ਮੇਰੇ ਸਾਥੀਆਂ ਨੇ ਉੱਥੇ ਹੀ ਜਿਹੜੀ ਸਾਨੂੰ ਚਾਹ ਦੇ ਨਾਲ ਬਰਫੀ ਸਰਵ ਕੀਤੀ ਗਈ, ਉਹ ਚੱਕ ਕੇ ਸਭ ਤੋਂ ਪਹਿਲਾਂ ਰਾਏ ਸਾਹਿਬ ਨੇ ਉਹਦੇ ਮੂੰਹ ਨੂੰ ਲਾਤੀ। ਇਖਲਾਕੀ ਤੌਰ ਤੇ ਜੇ ਕੋਈ ਵਿਰੋਧੀ ਵੀ ਚੰਗਾ ਕੰਮ ਕਰੇ ਤਾਂ ਹੱਕ ਬਣਦਾ ਉਹਨੂੰ ਐਪਰੀਸ਼ੀਏਟ ਕੀਤਾ ਜਾਏ, ਉਹਦੀ ਸਰਾਹਨਾ ਕੀਤੀ ਜਾਏ ਵੀ ਤੂੰ ਚੰਗਾ ਕੰਮ ਕੀਤਾ ਹੈ। ਤੇ ਜੇ ਉਹਦੇ ਮੂੰਹ ਨੂੰ ਇੱਕ ਬਰਫੀ ਦਾ ਪੀਸ ਲਾਤਾ ਤਾਂ ਉਹ ਵੀ ਇਸ਼ੂ ਬਣ ਗਿਆ। ਮੈਂ ਕਹਿੰਦਾ ਹਰਿਆਣੇ ਦਾ ਮੁੱਖ ਮੰਤਰੀ ਸਾਡੇ ਹਰਿਆਣੇ ਦੇ ਕਿਸਾਨਾਂ ਨੂੰ 50 ਰੁਪਏ ਦਾ ਜੰਪ ਕਰਦੇ, ਮੈਂ ਉਹਦੇ ਵਾਸਤੇ ਲੱਡੂ ਲੈ ਕੇ ਜਾਊਂ। ਹਰਿਆਣੇ ਦਾ ਮੁੱਖ ਮੰਤਰੀ ਉਹਦੇ ਸਾਥੀ, ਮੈਂ ਇਸ ਸਟੇਜ ਤੋਂ ਐਲਾਨ ਕਰਦਾ 3 ਕਾਨੂੰਨ ਵਾਪਸ ਕਰਾ ਕੇ MSP ਦਾ ਕਾਨੂੰਨ ਬਣਾ ਦੇਣ, ਮੈਂ 1 ਕੁਇੰਟਲ ਲੱਡੂ ਲੈ ਕੇ ਜਾਊਂਗਾ। ਇਹ ਕੀ ਹੋਇਆ? ਇਹ ਕੀ ਹੋਇਆ? ਲੱਡੂ ਮੂੰਹ ਨੂੰ ਲਾਤਾ ਜੀ। ਇੱਕ ਲੜਾਈ ਸਫਲਤਾ ਨਾਲ ਜਿੱਤੀ ਹੈ। ਇੱਕ ਤਰ੍ਹਾਂ ਨਾਲ ਉਹ ਲੱਡੂ ਉਹਦੇ ਮੂੰਹ ਨੂੰ ਲਾਉਣ ਨਾਲ ਚਪੇੜ ਸੀ ਵੀ ਤੂੰ 5 ਸਾਲ ਚੁੱਪ ਕਰਕੇ ਬੈਠਾ ਰਿਹਾ। ਆ ਸਾਡਾ ਜਿਹੜਾ ਏਕਾ ਸੀ, ਜਿਹੜੀ ਅਸੀਂ 3 ਦਿਨ ਇੱਥੇ ਰੇਲ ਰੋਕੀ ਰੱਖੀ ਤੇ ਸੜਕਾਂ ਜਾਮ ਕਰੀ ਰੱਖੀਆਂ, ਉਹਦੇ ਦਬਾਅ ਹੇਠ ਅੱਜ ਤੂੰ ਇਹ ਕੀਤਾ ਹੈ। ਤੇ ਮੈਂ ਸਮਝਦਾ ਇਦੋਂ ਵੀ ਬਦ ਇਖਲਾਕੀ ਦੀ ਗੱਲ ਹੋਰ ਕੀ ਹੋਏਗੀ। ਅਸੀਂ ਉਹਦੇ ਮੂੰਹ 'ਚ ਬਰਫੀ ਥੋੜੀ ਜਿਹੀ ਪਾਤੀ, ਉਹਨੂੰ ਕੈਸ਼ ਕਰਨ ਵਾਸਤੇ ਪੋਸਟਰ ਕੱਢਦੇ। ਇਦੋਂ ਬਦ ਇਖਲਾਕ ਲੋਕ ਹੋਰ ਕਿੱਥੋਂ ਆਉਣਗੇ? ਰਾਜਨੀਤੀ 'ਚ ਇਖਲਾਕ ਦਾ ਹੋਣਾ ਬਹੁਤ ਜ਼ਰੂਰੀ ਹੈ। ਰਾਜਨੀਤੀ 'ਚ ਰਹਿਣ ਵਾਲੇ ਲੋਕਾਂ ਨੇ, ਰਾਜਨੇਤਾਵਾਂ ਨੇ ਦੇਸ਼ ਚਲਾਉਣਾ ਹੁੰਦਾ, ਸੂਬੇ ਨੂੰ ਚਲਾਉਣਾ ਹੁੰਦਾ, ਸਰਕਾਰਾਂ ਨੂੰ ਚਲਾਉਣਾ ਹੁੰਦਾ। ਜੇ ਉਹ ਖੁਦੇ ਬਦਖਲਾਕ ਹੋ ਜਾਣ, ਛੋਟੀਆਂ ਛੋਟੀਆਂ ਗੱਲਾਂ ਤੇ ਲੋਕਾਂ ਨੂੰ ਭਰਮਾਉਣ ਲੱਗ ਜਾਣ, ਤੇ ਦੇਸ਼ ਨੂੰ ਕੌਣ ਬਚਾਏਗਾ? ਨਹੀਂ ਬਚਣਾ ਇਸ ਦੇਸ਼ ਨੇ। ਜੇ ਅੱਜ ਤੁਸੀਂ ਇੱਥੇ ਬੈਠੇ ਹੋ ਮੋਰਚਾ ਜਿੱਤਣ ਦੇ ਬਾਵਜੂਦ ਔਰ ਮੋਦੀ ਨੂੰ ਕੋਈ ਸ਼ਰਮ ਨਹੀਂ, ਤੇ ਦੇਸ਼ ਕਿੱਦਾਂ ਬਚਣਾ ਹੈ? ਹਰ ਰੋਜ਼ ਇੱਕ ਕੰਪਨੀ ਵੇਚ ਦਿੰਦਾ ਹੈ, ਹਰ ਰੋਜ਼ ਇੱਕ ਅਦਾਰਾ ਵੇਚ ਦਿੰਦਾ ਹੈ, ਹਰ ਰੋਜ਼ ਕਿਤੇ ਮੁਲਾਜ਼ਮਾਂ ਦੇ ਖਿਲਾਫ ਕਾਨੂੰਨ ਘੜੀ ਬੈਠਾ ਹੈ, ਹਰ ਰੋਜ਼ ਨਵਾਂ ਦੇਸ਼ ਵਿਰੋਧੀ ਫੈਸਲਾ ਲਿਆ ਜਾ ਰਿਹਾ ਹੈ। ਇਹਦਾ ਦੇਸ਼ ਨਹੀਂ ਚੱਲਣਾ। ਦੇਸ਼ ਦੇ ਲੋਕ ਆ ਕੇ ਬਹਿ ਗਏ। ਇਹ ਮੋਰਚਾ ਅੱਜ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ ਸਿਰਫ ਇੱਥੇ ਦੇ ਲੋਕਾਂ ਦਾ ਮੋਰਚਾ ਨਹੀਂ ਰਿਹਾ। ਇਹ ਮੋਰਚਾ ਹੁਣ ਦੱਖਣ 'ਚ ਪਹੁੰਚ ਗਿਆ। ਤੁਸੀਂ ਇੱਥੇ ਦੇਖਿਆ 5000 ਦਾ ਜਥਾ ਤਾਮਿਲਨਾਡੂ ਤੋਂ ਇੱਥੇ ਆਇਆ ਸੀ। ਤੁਸੀਂ ਦੇਖਿਆ ਹਜ਼ਾਰਾਂ ਦਾ ਜਥਾ ਕੇਰਲਾ ਤੋਂ ਇੱਥੇ ਆਇਆ ਸੀ, ਆਂਧਰਾ ਤੋਂ ਇੱਥੇ ਜਥਾ ਆਇਆ ਸੀ।
ਆ ਜਿਹੜਾ 5 ਤਰੀਕ ਨੂੰ ਤੁਸੀਂ ਇੱਕ ਨਵਾਂ ਹਨੇਰੀ ਲਿਆਉਣੀ ਹੈ ਮੁਜ਼ੱਫਰਨਗਰ ਤੋਂ, ਜਿਹਦਾ ਇਹਨਾਂ ਨੂੰ ਬੁਖਾਰ ਚੜਿਆ ਹੈ, ਸਾਰੇ ਦੇਸ਼ ਤੋਂ ਹਜ਼ਾਰਾਂ ਦੀ ਤਾਦਾਦ ਵਿੱਚ ਇੱਕ ਸੂਬੇ ਵਿੱਚੋਂ ਕਿਸਾਨ ਉੱਥੇ ਪਹੁੰਚ ਰਹੇ ਨੇ। ਔਰ ਆਪਣੇ ਆਪ ਵਿੱਚ 5 ਸਤੰਬਰ ਦੀ ਮੁਜ਼ੱਫਰਨਗਰ ਰੈਲੀ ਦੁਨੀਆ ਦੀ ਇੱਕ ਵਾਹਦ ਸਭ ਤੋਂ ਵੱਡੀ ਰੈਲੀ ਹੋਏਗੀ। ਐਡਾ ਵੱਡਾ ਇਕੱਠ ਕਦੇ ਦੁਨੀਆ 'ਚ ਨਹੀਂ ਹੋਇਆ ਹੋਣਾ ਜਿਹੜਾ ਤੁਸੀਂ 5 ਸਤੰਬਰ ਨੂੰ ਕਰਨ ਜਾ ਰਹੇ ਹੋ। ਜੇ ਇਖਲਾਕ ਹੋਵੇ ਛੱਡ ਕੇ ਲਾਂਭੇ ਹੋ ਜਾਣ। ਉਲਟਾ ਲੋਕਾਂ ਨੂੰ ਟੈਸਟ ਵਿੱਚ ਪਾਇਆ ਹੋਇਆ। ਭਰਾਵੋ, 2 ਕੜੀਆਂ ਨੇ, ਇੱਕ ਲੋਕ ਹੈ, ਇੱਕ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਹੈ। ਬਦਕਿਸਮਤੀ ਹੈ ਇਸ ਦੇਸ਼ ਦੀ, ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਬਦ ਇਖਲਾਕ ਹੋ ਗਏ। ਮੈਂ ਸਾਰੀਆਂ ਪਾਰਟੀਆਂ ਨੂੰ ਕਹਿਣਾ, ਪੰਜਾਬ ਦੇ ਕਾਂਗਰਸੀ ਬਦ ਇਖਲਾਕ ਹੋ ਗਏ, ਹਰਿਆਣੇ ਦੇ ਭਾਜਪਾਈ ਬਦ ਇਖਲਾਕ ਹੋ ਗਏ, ਦਿੱਲੀ ਵਿੱਚ ਬੈਠੇ ਮੋਦੀ ਦੇ ਭਾਜਪਾਈ ਸਾਥੀ ਮੋਦੀ ਭਗਤ ਉਹ ਬਦ ਇਖਲਾਕ ਹੋ ਗਏ। ਇੱਕ ਇੱਕ ਕਰਕੇ ਦੇਸ਼ ਦੀਆਂ ਸੰਸਥਾਵਾਂ ਦਾ ਪੱਠਾ ਬਿਠਾਇਆ ਜਾ ਰਿਹਾ ਹੈ। ਤੁਹਾਡੀ ਜੁਡੀਸ਼ਰੀ ਤੇ ਤੁਹਾਨੂੰ ਇਤਬਾਰ ਨਹੀਂ। ਮੇਰੇ ਨਾਲ ਕੱਲ ਕੋਈ ਕਾਨੂੰਨਦਾਨ ਗੱਲ ਕਰ ਰਿਹਾ ਸੀ, ਕੋਈ ਰਿਸਰਚ ਕਰਨ ਆਇਆ ਕਾਨੂੰਨਦਾਨ ਗੱਲ ਕਰ ਰਿਹਾ ਸੀ, ਮੇਰੇ ਨਾਲ 3 ਘੰਟੇ ਬਹਿਸ ਕੀਤੀ। ਤੇ ਮੈਂ ਉਹਨੂੰ ਕਿਹਾ ਬਈ ਕੀ ਕਰੀਏ, ਆ ਮੋਰਚਾ ਲਾਉਣ ਦੀ ਲੋੜ ਨਹੀਂ ਸੀ। ਮੈਨੂੰ ਚੰਗੀ ਤਰ੍ਹਾਂ ਪਤਾ ਸੀ ਇਹ ਮੋਰਚੇ ਦੀ ਲੋੜ ਨਹੀਂ ਸੀ, ਪਰ ਬਦਕਿਸਮਤੀ ਇਹ ਹੈ ਵੀ ਸਾਡੀ ਜੁਡੀਸ਼ਰੀ ਤੇ ਸਾਡਾ ਵਿਸ਼ਵਾਸ ਨਹੀਂ ਰਿਹਾ। ਜਿਹੜਾ ਬੰਦਾ ਰਿਟਾਇਰ ਹੋਇਆ ਚੀਫ ਜਸਟਿਸ ਆ, ਉਹਨੇ ਕਿਸੇ ਵੇਲੇ ਸਾਡੇ ਨਾਲ ਮਹਾਰਾਸ਼ਟਰ ਵਿੱਚ ਕਿਸਾਨ ਜਥੇਬੰਦੀ 'ਚ ਕੰਮ ਕੀਤਾ। ਮੈਂ ਪਰਸਨਲੀ ਨਿੱਜੀ ਤੌਰ ਤੇ ਉਹਨੂੰ ਜਾਣਦਾ, ਉਹਦੇ ਨਾਲ ਨਿੱਜੀ ਤੌਰ ਤੇ ਕੰਮ ਕੀਤਾ ਹੈ। ਜਦੋਂ ਅਸੀਂ ਸੁਪਰੀਮ ਕੋਰਟ 'ਚ ਰਿਟ ਪਾਉਣ ਵਾਸਤੇ ਗਏ ਸੀਨੀਅਰ ਵਕੀਲਾਂ ਕੋਲ, ਉਹ ਮੈਨੂੰ ਕਹਿੰਦੇ ਰਾਜੇਵਾਲ ਸਾਹਿਬ ਇਹ ਪੰਗਾ ਨਾ ਲਿਓ। ਮੈਂ ਕਿਹਾ ਕਿਉਂ? ਕਹਿੰਦੇ ਕੁਝ ਨਹੀਂ ਰਿਹਾ, ਸਾਹ ਸੱਤ ਨਹੀਂ ਰਿਹਾ। ਜੁਡੀਸ਼ਰੀ ਦੇ ਵਿੱਚ ਇਹਨਾਂ ਨੇ ਜੋ ਸਰਕਾਰ ਨੇ ਕਹਿ ਦੇਣਾ ਉਹਦੇ ਤੇ ਮੋਹਰ ਲਾ ਦੇਣੀ ਹੈ, ਤੁਹਾਨੂੰ ਸਾਰੇ ਰਾਹ ਬੰਦ ਹੋ ਜਾਣਗੇ। ਇਸ ਕਰਕੇ ਸੁਪਰੀਮ ਕੋਰਟ 'ਚ ਰਿਟ ਨਾ ਪਾਇਓ। ਮਜਬੂਰੀ ਹੋ ਗਈ, ਦੂਜਾ ਰਸਤਾ ਕੋਈ ਨਹੀਂ ਸੀ। ਸਾਡੇ ਸਾਹਮਣੇ ਸਿਰਫ ਅੰਦੋਲਨ ਦਾ ਰਸਤਾ ਸੀ। ਜੇ ਜੁਡੀਸ਼ਰੀ ਕਿਸੇ ਥਾਂ ਦੀ ਹੁੰਦੀ, ਮੈਨੂੰ ਅਫਸੋਸ ਨਾਲ ਨੁਕਤਾਚੀਨੀ ਕਰਨੀ ਪੈ ਰਹੀ ਹੈ, ਤਾਂ ਜੁਡੀਸ਼ਰੀ ਨੂੰ ਨਹੀਂ ਦਿਖਾਈ ਦਿੰਦਾ ਸਾਡੇ ਸੰਵਿਧਾਨ ਦੀ 7th ਸ਼ਡਿਊਲ 'ਚ ਸਟੇਟ ਲਿਸਟ ਕੀ ਲਿਖਿਆ ਹੈ। 7ਵੇਂ ਅਧਿਆਏ 'ਚ ਸਟੇਟ ਲਿਸਟ ਵਿੱਚ ਬੜਾ ਸਾਫ਼ ਲਿਖਿਆ ਹੈ, ਖੇਤੀ ਔਰ ਖੇਤੀ ਦੀ ਮਾਰਕੀਟਿੰਗ ਦੋਵੇਂ ਸੂਬੇ ਦੇ ਵਿਸ਼ੇ ਨੇ। ਕੇਂਦਰ ਸਰਕਾਰ ਇਹਨਾਂ 'ਚ ਦਖਲ ਦੇ ਨਹੀਂ ਸਕਦਾ, ਕਾਨੂੰਨ ਬਣਾ ਨਹੀਂ ਸਕਦਾ, ਉਹਨੂੰ ਕੋਈ ਅਧਿਕਾਰ ਨਹੀਂ। ਇਹ ਦੋਵੇਂ ਸਟੇਟ ਦਾ ਵਿਸ਼ਾ, ਸੂਬੇ ਦੀ ਸਰਕਾਰ ਜੋ ਮਰਜ਼ੀ ਕਾਨੂੰਨ ਬਣਾਏ, ਪਰ ਉਹਨਾਂ ਨੇ ਬਣਾਤੇ। ਜਦੋਂ ਪੁੱਛਿਆ ਕਿਉਂ ਬਣਾਤੇ, ਤੁਹਾਨੂੰ ਅਧਿਕਾਰ ਨਹੀਂ। ਕਹਿੰਦੇ ਜੀ ਇੱਕ ਸਾਂਝੀ ਲਿਸਟ ਹੈ, ਕੰਕਰੈਂਟ ਲਿਸਟ, ਉਹਦੇ 'ਚ 33 ਨੰਬਰ ਤੇ ਲਿਖਿਆ ਹੈ ਵੀ ਅਸੀਂ ਫੂਡ ਸਟਫ ਤੇ ਕਾਨੂੰਨ ਬਣਾ ਸਕਦੇ ਹਾਂ। ਜਦੋਂ ਮੈਂ ਪੁੱਛਿਆ ਫੂਡ ਸਟਫ ਦੇ ਮਾਅਨੇ ਕੀ ਹੁੰਦੇ ਹੈ, ਅਸੀਂ ਤਾਂ ਫੂਡ ਸਟਫ ਪੈਦਾ ਹੀ ਨਹੀਂ ਕਰਦੇ, ਅਸੀਂ ਤਾਂ ਫੂਡ ਗ੍ਰੇਨ ਪੈਦਾ ਕਰਦੇ ਹਾਂ, ਅਸੀਂ ਤਾਂ ਚੌਲ ਪੈਦਾ ਕਰਦੇ, ਧਾਨ ਪੈਦਾ ਕਰਦੇ ਹਾਂ, ਉਹਦੇ ਵਿੱਚੋਂ ਬਾਅਦ 'ਚ ਚੌਲ ਨਿਕਲਦਾ ਹੈ। ਫੂਡ ਸਟਫ ਕਿਵੇਂ ਬਣ ਗਏ ਧਾਨ? ਅਸੀਂ ਤਾਂ ਕਣਕ ਪੈਦਾ ਕਰਦੇ ਹਾਂ, ਆਟਾ ਬਾਅਦ 'ਚ ਬਣਦਾ ਹੈ, ਫੂਡ ਸਟਫ ਕਿਵੇਂ ਹੋ ਗਈ ਕਣਕ? ਕੋਈ ਜਵਾਬ ਨਹੀਂ। ਇਹਦਾ ਮਤਲਬ ਸਭ ਕੁਝ ਸਮਝਦੇ ਹੋਏ ਬਦ ਇਖਲਾਕ ਰਾਜਨੇਤਾ ਲੋਕਾਂ ਨੂੰ, ਜਿਹੜੀ ਲੋਕਾਂ ਨੇ ਉਹਨਾਂ ਨੂੰ ਤਾਕਤ ਬਖਸ਼ ਦਿੱਤੀ ਵੋਟਾਂ ਪਾ ਕੇ, ਉਹਦੀ ਵਜ੍ਹਾ ਕਰਕੇ ਲੋਕਾਂ ਨੂੰ ਡੰਡੇ ਨਾਲ ਹੱਕਣਾ ਚਾਹੁੰਦਾ ਹੈ। ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ ਵਿੱਚ ਲੜਨ ਦੇ ਵਿੱਚ ਅਸੂਲ ਹੁੰਦੇ ਨੇ, 2 ਹੀ ਨੇ, ਇੱਕ ਵਾਇਲੈਂਟ, ਇੱਕ ਨਾਨ ਵਾਇਲੈਂਟ, ਹਿੰਸਕ ਤੇ ਸ਼ਾਂਤਮਈ, 2 ਹੀ ਤਰੀਕੇ ਨੇ। ਹਿੰਸਕ ਤਰੀਕੇ ਨਾਲ ਅੱਜ ਦੇ ਸਮੇਂ 'ਚ ਦੁਨੀਆ 'ਚ ਕਿਤੇ ਵੀ ਤੁਸੀਂ ਕੋਈ ਲੜਾਈ ਨਹੀਂ ਲੜ ਸਕਦੇ, ਕਿਉਂਕਿ ਸਰਕਾਰ ਇਸ ਬਹਾਨੇ ਨਾਲ ਵੀ ਇਹ ਤਾਂ ਹਿੰਸਕ ਹੋ ਗਏ, ਤੁਹਾਡੇ ਤੇ ਲਾਠੀ ਚਾਰਜ ਕਰਵਾ ਦਿੰਦੀ ਹੈ। ਤੁਸੀਂ ਲਾਠੀਆਂ ਚੱਕ ਲੈਂਦੇ ਹੋ, ਉਹ ਗੋਲੀ ਚਲਵਾ ਦਿੰਦੀ ਹੈ। ਤੁਸੀਂ ਬੰਦੂਕਾਂ ਚੱਕ ਲਓ, ਉਹਨਾਂ ਕੋਲ ਟੈਂਕ ਨੇ, ਉਹਨਾਂ ਕੋਲ ਹਵਾਈ ਜਹਾਜ਼ ਨੇ, ਉਹਨਾਂ ਤੇ ਬੰਬਾਰਡਮੈਂਟ ਕਰਨ ਦਾ ਸਾਧਨ ਹੈ, ਉਹਨਾਂ ਕੋਲ ਸਾਰੇ ਸਹੂਲਤਾਂ ਨੇ, ਤੇ ਤੁਹਾਨੂੰ ਉਹ ਹਿੱਲਣ ਨਹੀਂ ਦੇਣਗੇ। ਇੱਕੋ ਇੱਕ ਤਰੀਕਾ ਹੈ, ਉਹ ਹੈ ਸ਼ਾਂਤਮਈ। ਜਦੋਂ ਸ਼ਾਂਤਮਈ ਤਰੀਕੇ ਨਾਲ ਲੜਦੇ ਹੋ, ਤੁਹਾਡੇ ਤੇ ਲਾਠੀਆਂ ਮਾਰੀਆਂ ਨੇ ਕੱਲ ਪਰਸੋਂ ਕਰਨਾਲ ਵਿੱਚ, ਸਾਰੀ ਦੁਨੀਆ ਦੇ ਵਿੱਚ ਚਲਾ ਗਿਆ। ਥੂ ਥੂ ਹੋ ਰਹੀ ਹੈ ਖੱਟਰ ਸਰਕਾਰ ਦੀ, ਥੂ ਥੂ ਹੋ ਰਹੀ ਹੈ ਮੋਦੀ ਸਰਕਾਰ ਦੀ, ਮੋਦੀ ਨੂੰ ਜਵਾਬ ਨਹੀਂ ਆ ਰਿਹਾ।
शांतमई सी किसान। और मैं मेरा सिर झुकदा उन्हां किसानां अगे जदों लाठियां बरा रहे सी बजुर्गों ते जिहड़े नौजवान सी जा जाके कुद के अपने बजुर्गों के उपर पै के डांगा खांदे रहे, जाके उन्हां दे उत्ते पै गए उन्हां नूं बचाउण लई। ਇਹ जी गई गुजरी सरकार, ਇਹੋ जी बद इखलाक सरकार, ਇਹੋ ਜਿਹੇ बद इखलाक अधिकारी सरकार दे ਜਿਹੜੇ सिर भन्नण ਦਾ हुक्म ਦਿੰਦੇ ने, ਤੇ ਉਦੋਂ भी ਵੱਡਾ बद इखलाक ਉਹ चीफ मिनिस्टर ਜਿਹੜਾ सिर भन्नण ਦਾ हुक्म देण ਦੀ सगों वकालत करता है। ਇਹ ਉਦੋਂ भी ਵੱਡਾ ਗੁਨਾਹਗਾਰ है। ਇੱਥੇ ਆਪਾਂ रोज़ ਪਿੰਡਾਂ 'ਚ ਦੇਖਦੇ ਹਾਂ ਸਾਡੀਆਂ ਲੜਾਈਆਂ ਹੁੰਦੀਆਂ, ਅਦਾਲਤਾਂ 'ਚ ਸਾਡੇ ਕੇਸ ਚੱਲਦੇ ਆ, कोई सानू ललकारा मारते लड़ाई होंगे भी उन्हें ललकारा मारिया सी, वो भी 307 दे विच नाल बन दिता जाता है, इन्हें ललकारा मारिया सी, पर उन्हें तो सिर फोड़न नूं कहा और उहदे हुक्म नाल पुलिस वालियां ने साडे साथियों के डांगा मराइयां, सिर पाड़े, तो उहदे ते तां कतल का मुकदमा बनना चाहिए है। कहते जी उन्होंने सस्पेंड करता, ये किसी होर नूं सिखाओ, सानू पता है जिवें पुलिस वाले नूं लाइन हाज़र करता, इन्हों सस्पेंड करता, एक बराबर है। ये खेल समझते हैं, ये समझते हैं चलो 4 दिन छुट्टी कट्टे आवांगे जिन्नी देर सस्पेंड हाँ, काम तो वेल मिल गया। साडी इहदे नाल संतुष्टि नहीं, साडी संतुष्टि उदण होएगी जिदण उहदे ते कतल का मुकदमा दर्ज होया और इखलाकी तौर पर खट्टर ने अस्तीफा दिता। अपने ही किसानों नूं डांगां नाल कुੱਟਣ का हुक्म देना, इस देश के अन्नदाते नूं कुੱਟਣ का हुक्म देना, ये कित्थों का न्याय है? ये हुण बर्दाश्त नहीं होना। मैं जिथे हरियाणा सरकार की घोर निंदा करदा, उत्थे निंदा करदा मोदी सरकार की, भाजपाइयां की जिहड़े बड़ी बेशर्मी नाल वकालत कर रहे हैं, उन्हां बेहूदा भाजपाइयां की जिन्हां नूं देश के संविधान की, कानून की, लोगों की कोई चिंता नहीं। नाल ही मैं निंदा करदा कैप्टन अमरिंदर सिंह और उहदे साथियों की। वो भड़ुओ तुसीं 4 साल लगातार गन्ने के भाव ते एक पैसा नहीं पाया, 4 साल चुप करके बैठे रहे। आ अंदोलन तो 3 महीने पहला मैं बार बार जाके मुख्यमंत्री के दफ्तर नाल राबता करता रहा, भाई 4 साल लंघाते तुसीं, आखिरला साल है, गन्ने की कीमत च बहुत वड्डा गैप पै गया। हरियाणे 358 रुपये भाव है, सानू 310 मिलते हैं। गन्ने के भाव से विचार करके सानू उहदे नाल रलाओ, तो तुहानू ख्याल नहीं आया। जिदण असीं तुहाडी यही तो ही फेरी जलंधर च घेरिया, जदों ट्रैफिक जाम किया, फिर तुहानू ख्याल आया भी साडे कोलों गलती हो गई, इनू दुरुस्त कर लईए। दुरुस्त करने वास्ते साडे नाल बहस करन लग गए, बहस में हार गए, फिर अफसर बिठाते, उत्थे भी हार गए, फिर कहंदे लो जी वधा लो। वो किश्तां च वधाउंदे वधाउंदे ये साडी हिम्मत सी, साडी तकनीक सी, भी उहनूं मूहरे ला लिया, असीं 360 ते जाके खड़िया, 50 रुपये इकट्ठे वधिया। तो चलो जे वधिया तो लोगों के एक अगे ना, तो एडा ही बेशर्म भी उन्होंने हुण फोटो ला के ये क्लेम करते भी बड़ा बड़ा मारिया है। असल में ये नहीं दसदा भी मैं बहुत ज़्यादा छित्र खा के दिते है, उहदी भी मैं सख्त शब्दों च निंदा करदा। तुहानू सारिआं नूं मैं अपील करदा, आउण वाला समा बहुत गंभीर है। भावें तुसीं जिहड़े इत्थे बैठे हो, तुहानू तां मैं बेनती करांगा, तुसीं तां इत्थे ही रहना, मोर्चा नहीं छड्डना। पिछे अपने पिंडां में टैलीफोन करो भी वध तो वध तादाद में 5 तरीक नूं 5 सितंबर नूं मुजफ्फरनगर पहुँचो। उत्थे रेलवे स्टेशन तो सारा 400 गज की दूरी ते है जिथे रैली है। इस बारी मुजफ्फरनगर में किसान तो बिना होर कुछ दिसना नहीं चाहिए, ये पिछे सुनेह दिओ। और जिहड़े पिछे बैठे ने उन्होंने भी, जिहड़े साडे अहुदेदार साहबान बैठे ने, मैनूं उन्हां ते गिल है, मैनू अफसोस है। तुसीं उत्थे एक छोटी जी गल लैके बैठे रहे हो भी चल घर बैठे हैं जी, वो फलाना घेरिया सी जी, उहदे लई असीं घर बैठे सी। एक दिन घेर के 6 दिन उत्थे आराम नाल बैठे हो। जिहड़े इत्थे बैठे ने, जिम्मेवार बंदियां दी ड्यूटी नहीं इत्थे आके बैठण दी। जिहड़े जथेबंदियां दे जिला प्रधान, स्टेट दे प्रधान, जिहड़े जाके उत्थे डेरे लाई बैठे ने, बहाने नाल अपने आप नूं जस्टिफाई करदे ने, वो मोर्चे नाल धरो कर रहे ने। बंदे बन के सीधे इत्थे आ जाओ। मैं हदायत करदा सारिआं नूं, अज लोड़ है मोर्चे नूं। फिर मोर्चा पीक ते है,
ਜਿਹੜੇ ਯੂਨੀਅਨ ਦੇ ਕਿਸੇ ਵੀ ਯੂਨੀਅਨ ਦੇ ਜ਼ਿਲ੍ਹੇ ਦੇ ਬਲਾਕ ਦੇ ਸਟੇਟ ਦੇ ਅਹੁਦੇਦਾਰ ਨੇ ਉਹਨਾਂ ਨੂੰ ਤੁਰੰਤ ਇੱਥੇ ਪਹੁੰਚਣਾ ਚਾਹੀਦਾ ਹੈ। ਔਰ ਬਾਕੀ ਕਿਸਾਨਾਂ ਨੂੰ ਮੈਨੂੰ ਪਤਾ ਹੈ, ਪੰਜਾਬ ਦਾ ਕਿਸਾਨ, ਹਰਿਆਣੇ ਦਾ ਕਿਸਾਨ, ਇਹ ਤਾਂ ਇੱਥੋਂ ਗੱਲ ਕਹੀ ਹੋਈ, ਤੁਸੀਂ ਹਾਲੇ ਘੱਟ ਕਰਦੇ ਹੋ, ਉਹਦੇ ਤੋਂ ਜ਼ਿਆਦਾ 4 ਕਦਮ ਅੱਗੇ ਨਿਕਲ ਜਾਂਦਾ ਹੈ। ਇਹਨਾਂ ਨੂੰ ਤਾਂ ਸੱਦਾ ਦੇਣ ਦੀ ਲੋੜ ਹੈ, ਉੱਥੇ ਹੀ ਪਹੁੰਚ ਜਾਂਦੇ ਨੇ। ਹਰ ਮੋਰਚੇ ਦਾ ਹੁਕਮ ਮੁਕੰਮਲ ਤੌਰ ਤੇ ਤਾਂ ਇੱਕ ਪਾਸੇ 200% ਹੀ ਲਾਗੂ ਹੋ ਜਾਂਦਾ, ਤੁਹਾਡੀ ਲੋੜ ਨਹੀਂ ਹੁੰਦੀ ਜਿਹੜੇ ਉੱਥੇ ਚੌਧਰੀ ਬਣੇ ਬੈਠੇ ਹੋ। ਮੈਂ ਬੇਨਤੀ ਕਰਦਾ ਆਪਣੇ ਭਾਈਚਾਰੇ ਨੂੰ, ਆਪੋ ਆਪਣੇ ਸਾਧਨਾਂ ਰਾਹੀਂ, ਰੇਲ ਗੱਡੀਆਂ ਰਾਹੀਂ ਜਿਵੇਂ ਮਰਜ਼ੀ ਪਹੁੰਚੋ। ਪੰਜਾਬ ਕਿਸੇ ਨਾਲੋਂ ਘੱਟ ਨਹੀਂ ਹੋਣਾ ਚਾਹੀਦਾ। ਉੱਥੇ ਮੁਜ਼ੱਫਰਨਗਰ 'ਚ 5 ਤਾਰੀਖ ਨੂੰ ਉੱਥੇ ਗੁਰੂ ਘਰਾਂ 'ਚ ਆ ਕੇ ਠਹਿਰ ਜਾਓ, ਸਾਰਾ ਪ੍ਰਬੰਧ ਹੈ। ਤੇ ਪਰ ਇੱਥੇ ਵਾਲੇ ਨੇ ਇੱਥੇ ਮੋਰਚਾ ਸੰਭਾਲ ਕੇ ਰੱਖਣਾ ਹੈ। ਇੱਥੇ ਅਸੀਂ ਮੈਦਾਨ ਖਾਲੀ ਛੱਡ ਕੇ ਨਹੀਂ ਜਾਣਾ। ਉਹਦੇ ਬਾਅਦ ਉੱਥੋਂ ਜੇ ਹਾਲੇ ਵੀ ਮੋਦੀ ਸਰਕਾਰ ਨੇ, ਬੰਗਾਲ ਵਾਲੇ ਵੀਰ ਕਹਿ ਕੇ ਦੱਸ ਕੇ ਗਏ ਸੀ ਨਾ ਤੁਹਾਨੂੰ, ਮੇਰੇ ਤੋਂ ਪਹਿਲਾਂ ਮੈਂ ਸੁਣ ਰਿਹਾ ਸੀ, ਉਹ ਕਹਿੰਦੇ ਤੁਸੀਂ ਸਾਨੂੰ ਜਾ ਕੇ ਇੱਕ ਅਪੀਲ ਕੀਤੀ, ਅਸੀਂ ਮੋਦੀ ਦੀਆਂ ਜੜ੍ਹਾਂ ਪੱਟਤੀਆਂ, ਬੰਗਾਲ 'ਚੋਂ ਭਜਾਤਾ। ਤੇ ਮੈਂ ਮੋਦੀ ਸਰਕਾਰ ਨੂੰ ਸਾਫ਼ ਕਰਦੇ ਹਾਂ, ਸਾਡਾ ਇਹ ਕੰਮ ਨਹੀਂ। ਅਸੀਂ ਉਦੋਂ ਵੀ ਤੁਹਾਨੂੰ ਕਿਹਾ ਸੀ ਵੀ ਸਾਨੂੰ ਮਜਬੂਰ ਨਾ ਕਰੋ, ਅਸੀਂ ਵੋਟਾਂ ਮੰਗਣੇ ਆ, ਵੋਟਾਂ ਲੈਣ ਨਹੀਂ ਆਏ। ਜੇ ਤੁਸੀਂ ਨਾ ਹਟੋਗੇ ਅਸੀਂ ਬੰਗਾਲ ਜਾ ਕੇ ਆਪਣੇ ਭਾਈਚਾਰੇ ਨੂੰ ਅਪੀਲ ਕਰਾਂਗੇ ਔਰ ਅਸੀਂ ਫਿਰ ਤੁਹਾਡੀ ਦਫਾ ਪੱਟਾਂਗੇ। ਉੱਥੇ ਦਫਾ ਪੱਟ ਦਿੱਤੀ। ਹੁਣ ਯੂਪੀ ਦੇਸ਼ ਦਾ ਸਭ ਤੋਂ ਵੱਡਾ ਸੂਬਾ ਹੈ। ਕਿਹਾ ਜਾਂਦਾ ਹੈ ਵੀ ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਰਸਤਾ ਯੂਪੀ ਰਾਹੀਂ ਹੋ ਕੇ ਜਾਂਦਾ ਹੈ। ਯੂਪੀ ਤੇ ਉੱਤਰਾਖੰਡ ਦੀਆਂ 85 ਸੀਟਾਂ ਨੇ, ਪੰਜਾਬ ਦੀਆਂ 13 ਨੇ, ਨਾ ਪਰਵਾਹ ਕਰ, ਹਰਿਆਣੇ ਦੀਆਂ 10 ਨੇ, ਨਾ ਪਰਵਾਹ ਕਰ, ਪਰ ਯੂਪੀ ਦੀਆਂ 85 ਸੀਟਾਂ ਨੇ। ਜੇ ਤੁਸੀਂ ਹਾਲੇ ਵੀ ਮੋਰਚੇ ਦੀਆਂ ਮੰਗਾਂ ਨਹੀਂ ਮੰਨਣੀਆਂ ਤਾਂ ਇੱਕ ਇੱਕ ਕਰਕੇ ਜੜ੍ਹਾਂ ਪੁੱਟ ਦਿਆਂਗੇ ਤੁਹਾਡੇ ਯੂਪੀ ਦੇ ਵਿੱਚੋਂ 5 ਤਰੀਕ ਦੇ ਬਾਅਦ। ਫਿਰ ਨਾ ਕਿਹੋ ਵੀ ਸਾਨੂੰ ਦੱਸਿਆ ਨਹੀਂ, ਉਦੋਂ ਵੀ ਚੈਲੰਜ ਕਰਕੇ ਗਏ ਸੀ, ਅੱਜ ਫੇਰ ਚੈਲੰਜ ਕਰਦੇ ਹਾਂ। 5 ਸਤੰਬਰ ਸਾਡੇ ਲਈ ਵੀ ਚੈਲੰਜ ਹੈ, ਤੁਹਾਡੇ ਲਈ ਵੀ ਚੈਲੰਜ ਹੈ। 5 ਸਤੰਬਰ ਤੱਕ ਜੇ ਤੁਸੀਂ ਗੱਲ ਨਹੀਂ ਕਰਦੇ, ਨਹੀਂ ਮੋਰਚੇ ਨੂੰ ਫਤਿਹ ਕਰਦੇ, ਤਾਂ ਅਸੀਂ ਯੂਪੀ ਉੱਤਰਾਖੰਡ ਦੇ ਵਿੱਚ ਤੁਹਾਡੀਆਂ ਗੋਡਣੀਆਂ ਲਵਾ ਦੇਵਾਂਗੇ ਔਰ ਤੁਸੀਂ ਉਹ ਮੁੱਢ ਵੱਜ ਜਾਊਗਾ। 24 ਦੇ ਵਿੱਚ ਮੋਦੀ ਦਾ ਖਾਤਮਾ ਹੋ ਜਾਏਗਾ, ਮੁੜ ਕੇ ਮੋਦੀ ਨੂੰ ਕੋਈ ਮੂੰਹ ਨਹੀਂ ਲਾਏਗਾ। ਇਹ ਗਲਤਫਹਿਮੀ ਵੀ ਕੱਢ ਦੇ ਮਨ ਚੋਂ ਵੀ ਇੱਥੇ ਅਪੋਜੀਸ਼ਨ ਨਹੀਂ, ਅਪੋਜੀਸ਼ਨ ਲੋਕਾਂ ਵਿੱਚੋਂ ਨਿਕਲਦੀ ਹੈ। ਇਸ ਦੇਸ਼ ਦੇ ਲੋਕ, ਮੈਨੂੰ ਇੱਕ ਬੀਜੇਪੀ ਦਾ ਲੀਡਰ ਬੈਠਾ ਗੱਲ ਕਰਦਾ ਸੀ, ਮੈਨੂੰ ਕਿਹਾ ਮੈਨੂੰ ਇੱਕ ਦੱਸ, ਅਸੀਂ ਜਿਹੜੇ 9 ਮਹੀਨੇ ਤੇ ਇੱਥੇ ਬੈਠੇ ਹਾਂ, ਅਸੀਂ ਘਰੀ ਤਾਂ ਬੈਠੇ ਨਹੀਂ, ਘਰ ਵਿੱਚ ਸੁੱਖ ਸਹੂਲਤਾਂ ਸਾਰਿਆਂ ਦੇ ਹੈ। ਅਸੀਂ ਸਮਝਦੇ ਹਾਂ ਵੀ ਇੱਥੇ ਅਸੀਂ ਮੋਰਚੇ 'ਚ ਕੁਰਬਾਨੀ ਦੇਣ ਆਏ ਹਾਂ, ਉਹ ਸਹੂਲਤਾਂ ਇੱਥੇ ਸਾਨੂੰ ਨਹੀਂ ਮਿਲਣੀਆਂ। ਅਸੀਂ ਜਿੰਨਾ ਕੁ ਜ਼ਿੰਦਗੀ ਜਿਉਣ ਵਾਸਤੇ ਸਾਨੂੰ ਚਾਹੀਦਾ, ਉਹ ਅਸੀਂ ਇੱਥੇ ਸਾਧਨ ਪੈਦਾ ਕਰ ਲਏ। ਅਸੀਂ ਚਾਹੇ ਭੁੰਜੇ ਪਏ ਹਾਂ, ਚਾਹੇ ਪੱਖਿਆਂ ਹੇਠਾਂ, ਚਾਹੇ ਕਿਸੇ ਨੇ AC ਲਾਇਆ ਹੈ, ਜਿਉਂਦਾ ਰਹੇ ਸਾਡਾ ਭਾਈਚਾਰਾ। ਉਹ ਸਾਨੂੰ ਪਿੱਛੋਂ ਬਹੁਤ ਕੁਝ ਭੇਜੀ ਜਾਂਦਾ ਹੈ ਤੇ ਤੁਸੀਂ ਸਾਨੂੰ ਇਦੋਂ ਗਾਹ ਨਹੀਂ ਲਿਜਾ ਸਕਦੇ, ਹਰਾ ਨਹੀਂ ਸਕਦੇ। ਅਸੀਂ ਆਪਣੇ ਆਪ ਨੂੰ ਇਸ ਸਾਂਚੇ 'ਚ ਢਾਲ ਲਿਆ, ਪਰ ਤੁਸੀਂ ਆਪਣਾ ਫਿਕਰ ਕਰੋ। ਜਦੋਂ ਅਸੀਂ ਪੰਜਾਬ ਤੋਂ ਆਏ ਸੀ, ਪੰਜਾਬ 'ਚ ਦਫਾ ਪੱਟੀ ਗਈ, ਹਰਿਆਣੇ 'ਚ ਆਏ, ਹਰਿਆਣੇ 'ਚ ਦਫਾ ਪੱਟੀ ਗਈ, ਯੂਪੀ 'ਚ ਗਏ, ਉੱਥੇ ਦਫਾ ਪੱਟੀ ਗਈ। ਇਹ ਤੋਂ ਬਾਅਦ ਇੱਕ ਇੱਕ ਸੂਬੇ 'ਚ ਗਾਂਹ ਵੱਧਦੀ ਜਾਂਦੀ ਹੈ, ਅਵੇਅਰਨੈਸ ਫੈਲਦੀ ਜਾਂਦੀ ਹੈ। ਸਾਰੇ ਦੇਸ਼ ਵਿੱਚੋਂ ਲੋਕ ਹੁਣ ਇੱਥੇ ਜਥੇ ਬਣਾ ਕੇ ਆਉਣ ਲੱਗ ਪਏ। ਇਹਦਾ ਮਤਲਬ ਸਾਰੇ ਦੇਸ਼ ਵਿੱਚ ਹੁਣ ਤੁਹਾਡੀ ਦਫਾ ਪੱਟੀ ਜਾ ਰਹੀ ਹੈ, ਅਵੇਅਰਨੈਸ ਫੈਲ ਰਹੀ ਹੈ। ਜਿੰਨੀ ਅਵੇਅਰਨੈਸ ਫੈਲ ਰਹੀ ਹੈ, ਉਹਨੇ ਮੋਦੀ ਦੀਆਂ ਜੜ੍ਹਾਂ ਪੱਟੀਆਂ ਜਾ ਰਹੀਆਂ। 2024 'ਚ ਇੱਥੇ ਹੀ ਇਸੇ ਦੇਸ਼ ਵਿੱਚੋਂ, ਇਸ ਦੇ ਲੋਕਾਂ ਦੇ ਵਿੱਚੋਂ ਹੀ ਆਪੋਜੀਸ਼ਨ ਨਿਕਲ ਆਉਣੀ ਹੈ। ਇਹ ਦੇਸ਼ ਬੜਾ ਕੁਝ ਪੈਦਾ ਕਰ ਦਿੰਦਾ ਹੈ, ਇਸ ਦੇਸ਼ 'ਚੋਂ ਆਪੋਜੀਸ਼ਨ ਨਿਕਲ ਆਉਣੀ ਹੈ ਔਰ ਤੁਸੀਂ ਕਿਤੇ ਲੱਭੋਗੇ ਨਹੀਂ। ਇਸ ਲਈ ਤੁਹਾਨੂੰ ਸਾਰਿਆਂ ਨੂੰ, ਸਭ ਤੋਂ ਤੁਹਾਡਾ ਸਾਰਿਆਂ ਦਾ ਪਹਿਲਾਂ ਤਾਂ ਧੰਨਵਾਦ। ਤੁਸੀਂ ਜਿਸ ਸਿਰੜ ਨਾਲ ਇੱਥੇ ਬੈਠੇ ਹੋ, ਜਿੰਨਾ ਇਹ ਔਕੜਾਂ ਦਾ ਸਾਹਮਣਾ ਕਰਕੇ ਵੀ ਡਟੇ ਬੈਠੇ ਹੋ, ਸਾਰੀ ਦੁਨੀਆ ਤੁਹਾਡੇ ਲਈ ਆਸ਼ੀਸ਼ ਕਰਦੀ ਹੈ, ਤੁਹਾਡੇ ਨਾਲ ਖੜੀ ਹੈ ਔਰ ਮੈਂ ਤੁਹਾਡਾ ਇਸ ਗੱਲੋਂ ਦਿਲੋਂ ਰਿਣੀ ਹਾਂ, ਧੰਨਵਾਦੀ ਹਾਂ। ਔਰ ਇਸ ਗੱਲ ਦਾ ਯਕੀਨ ਹੈ, ਪੱਕਾ ਯਕੀਨ ਹੈ, ਅਸੀਂ ਜਿੱਤੇ ਹੋਏ ਹਾਂ। ਜਿੰਨੀ ਦੇਰ ਮੋਦੀ ਨੇ ਬਿਠਾ ਰੱਖੇ,
ਜਾਵਾਂਗੇ, ਡੰਕੇ ਵਜਾ ਕੇ ਜਾਵਾਂਗੇ, ਇੱਥੇ ਮੋਦੀ ਦੀ ਜੜ ਪੱਟ ਕੇ ਜਾਵਾਂਗੇ। ਔਰ ਮੈਂ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਦਿੰਦਾ, ਫੇਰ ਬੇਨਤੀ ਕਰਦਾ, ਇੱਕੋ ਫਾਰਮੂਲਾ ਜਿਹੜਾ ਤੁਸੀਂ ਸਿੱਖ ਲਿਆ ਉਹ ਆਪਣੇ ਲੜ ਬੰਨ੍ਹ ਲਓ। ਮੋਦੀ ਦੀਆਂ ਜਿੰਨੀਆਂ ਏਜੰਸੀਆਂ ਨੇ, ਮੋਦੀ ਦੇ ਜਿੰਨੇ ਮੋਦੀ ਭਗਤ ਨੇ, ਜਿਹੜੇ ਮੋਦੀ ਦੇ IT ਸੈੱਲ ਵਾਲੇ ਨੇ 3700 ਬੰਦਾ, ਉਹ ਤੁਹਾਡੀ ਲੀਡਰਸ਼ਿਪ ਤੇ ਸਵਾਲ ਉਠਾਉਣ ਲੱਗਿਆ ਹੋਇਆ ਤਾਂ ਕਿ ਤੁਹਾਡਾ ਵਿਸ਼ਵਾਸ ਉੱਠੇ। ਉਹ ਉਲਟੇ ਸਿੱਧੀਆਂ ਗੱਲਾਂ ਕਰਦਾ ਤਾਂ ਕਿ ਤੁਸੀਂ ਆਪੋ ਵਿੱਚ ਹੀ ਲੜ ਪਓ। ਚੌਕਸ ਰਹੋ, ਉਹਨਾਂ ਨੂੰ ਉਹ ਜੋ ਕਰਦੇ ਨੇ ਜੋ ਮਰਜ਼ੀ ਕਰ ਲੈਣ। ਔਰ ਅਸੀਂ ਇਹ ਮੋਰਚਾ ਜਿੱਤੇ ਹੋਏ ਆ, ਹਾਰੇ ਹੋਏ ਉਹ ਹੇਠੋਂ ਤੜਫਦੇ ਨੇ, ਤੇ ਜਦੋਂ ਤੱਕ ਤੜਫਦੇ ਨੇ ਹੋਰ ਤੜਫਾਈਏ। ਆਪਾਂ ਜਿੱਤ ਕੇ ਘਰਾਂ ਨੂੰ ਮੁੜਨਾ ਹੈ। ਮੈਂ ਇੰਨਾ ਕਹਿੰਦਾ, ਤੁਹਾਡਾ ਸਾਰਿਆਂ ਦਾ ਫੇਰ ਬਹੁਤ ਬਹੁਤ ਧੰਨਵਾਦ, ਤੁਹਾਡਾ ਸ਼ੁਕਰਗੁਜ਼ਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।